ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮਨੁੱਖੀ ਹੱਕਾਂ ਦੇ ਰਾਖੇ ਮੇਰਾ ਜੋ ਬੋਲਣ ਦਾ ਵਿਸ਼ਾ ਹੋਊਗਾ ਉਹ ਇਸੇ ਤੇ ਕੇਂਦਰਿਤ ਰਹੂਗਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਅਸੀਂ ਮਨੁੱਖੀ ਹੱਕਾਂ ਦੇ ਪਰਿਪੇਖ ਦੇ ਵਿੱਚ ਅਸੀਂ ਕਿਵੇਂ ਦੇਖ ਸਕਦੇ ਹਾਂ। ਅਸੀਂ ਦੇਖਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਹਿਊਮਨ ਰਾਈਟਸ ਦਾ ਮਸਲਾ ਹੈਗਾ ਉਹ ਸਾਰੀ ਦੁਨੀਆ ਦੇ ਵਿੱਚ ਵੱਡੇ ਤੌਰ ਤੇ ਵਿਚਾਰਿਆ ਜਾਂਦਾ ਹੈ ਤੇ ਸਾਰੀ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਇਸ ਪੱਖ ਤੋਂ ਕੰਮ ਕਰਦੀਆਂ ਨੇ ਕਿ ਸਾਰੀ ਦੁਨੀਆ ਦੇ ਵਿੱਚ ਵਸਦੇ ਮਨੁੱਖਾਂ ਦੇ ਅਧਿਕਾਰ ਜਿਹੜੇ ਹੈਗੇ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੁਰੱਖਿਅਤ ਰਹਿਣੇ ਚਾਹੀਦੇ ਨੇ। ਹੁਣ ਜਦੋਂ ਅਸੀਂ ਅਧਿਕਾਰਾਂ ਦੀ ਗੱਲ ਕਰਦੇ ਹਾਂ ਤੇ ਅਧਿਕਾਰ ਤੋਂ ਭਾਵ ਕੀ ਹੈਗਾ? ਅਧਿਕਾਰ ਉਹ ਕੰਡੀਸ਼ਨਸ ਨੇ, ਉਹ ਪਰਿਸਥਿਤੀਆਂ ਨੇ ਜਿਹਦੇ ਰਾਹੀਂ ਕੋਈ ਵਿਅਕਤੀ ਆਪਣੇ ਆਪ ਨੂੰ ਬਿਹਤਰ ਬਣਾ ਸਕਦਾ ਹੈ ਨਾ। ਲਾਸਕੀ ਕਹਿੰਦਾ ਹੈ ਕਿ ਅਧਿਕਾਰ ਉਹ ਸਿਚੁਏਸ਼ਨਸ ਨੇ ਜਿਹਦੇ ਅੰਡਰ ਕੋਈ ਮਨੁੱਖ ਰਹਿ ਕੇ ਆਪਣੇ ਆਪ ਨੂੰ ਬਿਹਤਰ ਬਣਾ ਸਕਦਾ, ਇੱਕ ਚੰਗਾ ਹਿਊਮਨ ਬੀਇੰਗ ਬਣਾ ਸਕਦਾ ਹੈ। ਜਿੱਥੇ ਮਨੁੱਖੀ ਅਧਿਕਾਰ ਜਿਹੜੇ ਹੈਗੇ ਹੋਣਗੇ ਉੱਥੋਂ ਦੇ ਲੋਕ ਮਾਨਸਿਕ ਤੌਰ ਤੇ ਅਧਿਆਤਮਿਕ ਤੌਰ ਤੇ ਉਹ ਵੱਧ ਵਿਕਸਿਤ ਹੋਣਗੇ। ਜਿੱਥੇ ਅਧਿਕਾਰ ਨਹੀਂ ਹੋਣਗੇ ਉੱਥੋਂ ਦੇ ਲੋਕਾਂ ਦਾ ਅਧਿਆਤਮਿਕ ਮਾਨਸਿਕ ਇਮੋਸ਼ਨਲ ਵਿਕਾਸ ਜਿਹੜਾ ਹੈਗਾ ਉਹ ਉਸ ਰੂਪ ਦੇ ਵਿੱਚ ਨਹੀਂ ਹੋ ਸਕਦਾ। ਅਸੀਂ ਦੇਖਦੇ ਹਾਂ ਗੁਰੂ ਸਾਹਿਬ ਗੁਰੂ ਨਾਨਕ ਮਹਾਰਾਜ ਕਹਿੰਦੇ ਆ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੈ ਸੰਗ ਸਾਥ ਵੱਡਿਓਂ ਸੋ ਕਿਆ ਰੀਸ। ਹੁਣ ਗੁਰੂ ਜਿੱਥੈ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ਼। ਹੁਣ ਪਰਮਾਤਮਾ ਦੀ ਬਖਸ਼ੀਸ਼ ਦਾ ਪਾਤਰ ਬਣਨ ਦੇ ਲਈ ਜੋ ਸਭ ਤੋਂ ਪ੍ਰਾਇਮਰੀ ਰਿਕੁਆਇਰਮੈਂਟ ਗੁਰੂ ਨਾਨਕ ਦੇ ਘਰ ਦੀ ਹੈਗੀ ਹੈ ਉਹ ਹੈ ਕਿ ਅਸੀਂ ਨੀਚਾਂ ਦੀ ਸੰਭਾਲ ਕਰਨੀ ਹੈ। ਨੀਚ ਕੌਣ ਨੇ? ਜਿਨ੍ਹਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵੰਚਿਤ ਕੀਤਾ ਗਿਆ ਹੈ ਉਹ ਨੀਚ ਨੇ, ਉਹ ਦਬੇ ਕੁਚਲੇ ਲੋਕ ਨੇ। ਤੇ ਜੋ ਸਿੱਖ ਵਿਚਾਰਧਾਰਾ, ਜੋ ਸਿੱਖ ਅਨੁਭਵ ਗੁਰੂ ਨਾਨਕ ਮਹਾਰਾਜ ਦੇ ਸਮੇਂ ਤੋਂ ਚੱਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਖਾਲਸਾ ਪੰਥ ਦੇ ਰੂਪ ਦੇ ਵਿੱਚ ਉਹ ਆਪਣਾ ਸੰਪੂਰਨਤਾ ਨੂੰ ਪ੍ਰਾਪਤ ਕਰਦਾ ਹੈ, ਉਹ ਸਾਰੇ ਐਕਸਪੀਰੀਅੰਸ ਤਾਂ ਤੁਸੀਂ ਦੇਖੋਗੇ ਜੋ ਕਰਕਸ ਹੈਗਾ ਉਹ ਇਸੇ ਗੱਲ ਦੇ ਉੱਪਰ ਹੈਗਾ ਕਿ ਅਸੀਂ ਸਮਾਜ ਦੇ ਵਿੱਚ ਬਰਾਬਰੀ ਕਿਵੇਂ ਲੈ ਕੇ ਆਉਣੀ ਹੈ, ਅਸੀਂ ਸਮਾਜ ਦੇ ਵਿੱਚ ਨਿਆਂ ਕਿਵੇਂ ਲੈ ਕੇ ਆਉਣਾ ਹੈ, ਤੇ ਸਭ ਤੋਂ ਵੱਡੀ ਗੱਲ ਜੋ ਇੱਕ ਡਿਗਨਿਟੀ ਦੀ ਭਾਵਨਾ ਕਿਸੇ ਹਿਊਮਨ ਬੀਇੰਗ ਦੇ ਵਿੱਚ ਹੋਣੀ ਚਾਹੀਦੀ ਹੈ ਉਹ ਭਾਵਨਾ ਦਾ ਅਸੀਂ ਵਿਕਾਸ ਜਿਹੜਾ ਹੈਗਾ ਉਹ ਕਿਵੇਂ ਕਰਨਾ ਹੈਗਾ। ਸਾਰਾ ਜੋ ਸਿੱਖ ਇਤਿਹਾਸ ਹੈਗਾ, ਜੋ ਸਾਡੀ ਪਾਵਨ ਗੁਰਬਾਣੀ ਹੈਗੀ ਉਹ ਇਸੇ ਗੱਲ ਤੇ ਫੋਕਸ ਕਰਦੀ ਹੈ ਕਿ ਅਸੀਂ ਨੀਚਾਂ ਨੂੰ ਅਸੀਂ ਉੱਚੇ ਕਿਵੇਂ ਕਰਨਾ ਹੈਗਾ। ਜਿੰਨਾ ਚਿਰ ਅਸੀਂ ਨੀਵਿਆਂ ਨੂੰ ਉੱਪਰ ਨਹੀਂ ਲੈ ਕੇ ਆ ਸਕਦੇ ਉਹਨਾਂ ਚਿਰ ਸਰਬੱਤ ਦੇ ਭਲੇ ਦਾ ਜਿਹੜਾ ਸਾਡਾ ਸੁਪਨਾ ਹੈਗਾ ਉਹ ਪੂਰਾ ਨਹੀਂ ਹੋ ਸਕਦਾ। ਇਸ ਕਰਕੇ ਜੋ ਹਿਊਮਨ ਰਾਈਟਸ ਦਾ ਸਭ ਤੋਂ ਬੇਸਿਕ ਮੁੱਦਾ ਹੈਗਾ ਕਿ ਅਸੀਂ ਜੋ ਮੋਸਟ ਡਿਪਰਾਈਵਡ ਲੋਕ ਨੇ, ਜਿਹਨੂੰ ਅਸੀਂ ਕਹਿੰਦੇ ਕਿ ਬਹੁਤ ਮਾਰਜਨਲਾਈਜ਼ ਸੈਕਸ਼ਨ ਹੈ ਸਾਡੀ ਸੁਸਾਇਟੀ ਦਾ, ਅਸੀਂ ਉਹਨਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਕਿਵੇਂ ਲੈ ਕੇ ਆਉਣਾ, ਅਸੀਂ ਉਹਨਾਂ ਦੇ ਅਧਿਕਾਰਾਂ ਦੀ ਗੱਲ ਜਿਹੜੀ ਹੈਗੀ ਆ ਉਹ ਕਿਸ ਤਰੀਕੇ ਦੇ ਨਾਲ ਕਰਨੀ ਹੈਗੀ ਆ। ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਡਾਕਟਰ ਸਾਹਿਬ ਨੇ ਕੀਤੀਆਂ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜੋ ਇੱਕ ਸਭ ਤੋਂ ਪ੍ਰਮੁੱਖ ਜੋ ਕਾਰਨ ਗਿਣਿਆ ਜਾਂਦਾ ਹੈਗਾ ਉਹ ਕਹਿੰਦੇ ਕਸ਼ਮੀਰੀ ਪੰਡਤਾਂ ਦੇ ਲਈ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ। ਕਿਉਂਕਿ ਕਸ਼ਮੀਰੀ ਪੰਡਤਾਂ ਨੂੰ ਉਸ ਸਮੇਂ ਆਪਣੇ ਧਰਮ ਨੂੰ ਐਕਸਰਸਾਈਜ਼ ਕਰਨ ਦਾ, ਆਪਣੇ ਧਰਮ ਦੀ ਪਾਲਣਾ ਕਰਨ ਦਾ ਜਿਹੜਾ ਹੈਗਾ ਉਹ ਮਾਹੌਲ ਜਿਹੜਾ ਸੀ ਨਹੀਂ ਦਿੱਤਾ ਜਾ ਰਿਹਾ ਸੀਗਾ ਤੇ ਜ਼ਬਰਦਸਤੀ ਧਰਮ ਪਰਿਵਰਤਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਸੀਗਾ। ਐਕਚੁਅਲ ਦੇ ਵਿੱਚ ਧਰਮ ਪਰਿਵਰਤਨ ਹੁੰਦਾ ਕਿਉਂ ਹੈਗਾ? ਇਹਦਾ ਕਾਰਨ ਕੀ ਹੈਗਾ? ਅਸੀਂ ਪੰਜਾਬ ਦੇ ਵਿੱਚ ਵੀ ਦੇਖਦੇ ਹਾਂ, ਹਿੰਦੁਸਤਾਨ ਦੇ ਵਿੱਚ ਵੀ ਦੇਖਦੇ ਹਾਂ ਕਿ ਬਹੁਤ ਸਾਰੀਆਂ ਧਰਮ ਪਰਿਵਰਤਨ ਦੀਆਂ ਘਟਨਾਵਾਂ, ਬਹੁਤ ਅੱਜ ਕੱਲ੍ਹ ਚਰਚਿਤ ਮੁੱਦਾ ਹੈਗਾ ਜਿਹਦੀ ਡਿਬੇਟ ਬਹੁਤ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ। ਧਰਮ ਪਰਿਵਰਤਨ ਦਾ ਮੇਨ ਕਾਰਨ ਸਭ ਤੋਂ ਆਹ ਹੈਗਾ ਕਿ ਜਦੋਂ ਕਿਸੇ ਧਰਮ ਦੇ ਪੈਰੋਕਾਰ ਇਸ ਗੱਲ ਨੂੰ ਮੰਨਦੇ ਹੈ ਕਿ ਸਾਡਾ ਧਰਮ ਦੂਜੇ ਦੇ ਧਰਮ ਨਾਲੋਂ ਚੰਗਾ ਹੈ, ਬਿਹਤਰ ਹੈ ਤੇ ਉੱਚਾ ਹੈਗਾ ਤੇ ਸਾਡਾ ਇੱਕ ਫਰਜ਼ ਹੈਗਾ ਕਿ ਅਸੀਂ ਦੂਸਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਦੇ ਵਿੱਚ ਸ਼ਾਮਿਲ ਕਰੀਏ। ਇਸ ਵਿਚਾਰਧਾਰਾ ਦੇ ਵਿੱਚੋਂ ਜਿਹੜੀ ਧਰਮ ਪਰਿਵਰਤਨ ਦੀ ਜਿਹੜੀ ਚੀਜ਼ਾਂ ਹੈਗੀਆਂ ਉਹ ਸਾਹਮਣੇ ਆਉਂਦੀਆਂ ਹੈਗੀਆਂ। ਤੇ ਉਸ ਸਮੇਂ ਦੇ ਵਿੱਚ ਵੀ ਜੋ ਮੁਗਲ ਹਕੂਮਤ ਸੀਗੀ ਜਾਂ ਜੋ ਮੁਗਲ ਹਕੂਮਤ ਦੇ ਜੋ ਬਾਦਸ਼ਾਹ ਸੀਗੇ ਉਹ ਇਸ ਗੱਲ ਨੂੰ ਮੰਨਦੇ ਪਏ ਸੀ ਕਿ ਜਿਹੜੇ ਹਿੰਦੂ ਲੋਕ ਨੇ ਜਾਂ ਇੱਥੋਂ ਦੇ ਜਿਹੜੇ ਹੋਰ ਵਸਨੀਕ ਹੈਗੇ ਆ ਉਹ ਮੁਸਲਮਾਨਾਂ ਦੇ ਨਾਲੋਂ ਉਹ ਨੀਵੇਂ ਦਰਜੇ ਦੇ ਲੋਕ ਨੇ, ਉਹਨਾਂ ਦਾ ਭਲਾ ਤਾਂ ਹੀ ਹੋ ਸਕਦਾ ਹੈ ਜਾਂ ਉਹ ਅੱਲਾ ਨੂੰ ਤਾਂ ਹੀ ਪਿਆਰੇ ਹੋ ਸਕਦੇ ਆ ਜੇਕਰ ਇਸਲਾਮ ਧਰਮ ਦੇ ਵਿੱਚ ਹੋਣਗੇ। ਇਸ ਕਰਕੇ ਉਹਨਾਂ ਨੇ ਧਰਮ ਪਰਿਵਰਤਨ ਦੀ ਇੱਕ ਬਹੁਤ ਵੱਡੀ ਲਹਿਰ ਚਲਾਈ ਤੇ ਸਭ ਤੋਂ ਪਹਿਲਾ ਜੋ ਕੇਂਦਰ ਉਹਨਾਂ ਨੇ ਚੂਜ਼ ਕੀਤਾ ਉਹ ਸੀ ਕਸ਼ਮੀਰ। ਕਿਉਂਕਿ ਕਸ਼ਮੀਰ ਦੇ ਜਿਹੜੇ ਬ੍ਰਾਹਮਣ ਸੀਗੇ ਉਹ ਬਹੁਤ ਉੱਚ ਕੋਟੀ ਦੇ ਬ੍ਰਾਹਮਣ ਮੰਨੇ ਜਾਂਦੇ ਸੀਗੇ ਤੇ ਜੇਕਰ ਕਸ਼ਮੀਰ ਦੇ ਬ੍ਰਾਹਮਣਾਂ ਨੂੰ ਹੀ ਸਾਧ ਲਿਆ ਜਾਂਦਾ
ਤੇ ਬਾਕੀ ਭਾਰਤ ਨੂੰ ਕਨਵਰਟ ਕਰਨ ਦੇ ਵਿੱਚ ਜ਼ਿਆਦਾ ਸਮੱਸਿਆ ਨਹੀਂ ਆਉਣੀ ਸੀ। ਇਸ ਕਰਕੇ ਉਹਨਾਂ ਦਾ ਪ੍ਰਾਇਮਰੀ ਟਾਰਗੇਟ ਜਿਹੜਾ ਸੀ ਉਹ ਕਸ਼ਮੀਰ ਦੇ ਵਿੱਚ ਸੀਗਾ। ਜਦੋਂ ਕਸ਼ਮੀਰੀ ਬ੍ਰਾਹਮਣਾਂ ਦੇ ਉੱਪਰ ਇਹ ਹਵਾ ਚੱਲਦੀ ਹੈਗੀ ਧਰਮ ਪਰਿਵਰਤਨ ਦੀ, ਤੇ ਉਹਨਾਂ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਕੋਈ ਹੋਰ ਘਰ, ਕੋਈ ਹੋਰ ਜਗ੍ਹਾ ਨਹੀਂ ਲੱਭਦੀ, ਸਿਰਫ ਇੱਕੋ ਥਾਂ ਲੱਭਦੀ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਹੀ ਸਾਨੂੰ ਇਸ ਔਖੀ ਘੜੀ ਦੇ ਵਿੱਚੋਂ ਸਾਨੂੰ ਉਹ ਬਚਾ ਸਕਦੇ ਨੇ। ਤੇ ਸਾਨੂੰ ਸਭ ਨੂੰ ਪਤਾ ਸੀ, ਸਾਖੀਆਂ ਸੁਣੀਆਂ ਨੇ ਕਿ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਆਉਂਦੇ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਅੱਗੇ ਅਰਦਾਸ ਕਰਦੇ ਨੇ, ਬੇਨਤੀ ਕਰਦੇ ਨੇ, ਤੇ ਗੁਰੂ ਤੇਗ ਬਹਾਦਰ ਕਹਿੰਦੇ ਹੈ ਕਿ ਮੈਂ ਤੁਹਾਡੀ ਬਾਂਹ ਫੜਦਾ, ਤੇ ਜਿਹਦੀ ਮੈਂ ਬਾਂਹ ਇੱਕ ਵਾਰੀ ਫੜ ਲਈ ਤੇ ਉਹਦੀ ਮੈਂ ਬਾਂਹ ਨਹੀਂ ਛੱਡਦਾ। ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜਾ ਬਾਂਹ ਨਾ ਛੋੜੀ ਹੈ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਸ਼ਮੀਰੀ ਪੰਡਤਾਂ ਦੀ ਬਾਂਹ ਫੜਦੇ ਹੈ ਤੇ ਉਹਨਾਂ ਦੇ ਧਰਮ ਨੂੰ ਬਚਾਉਣ ਦੇ ਲਈ ਫਿਰ ਉਹ ਆਪਣੀ ਜਾਨ ਦੀ ਜਿਹੜੀ ਹੈਗੀ ਹੈ ਸ਼ਹਾਦਤ ਦਿੰਦੇ। ਇਹ ਆਪਾਂ ਨੂੰ ਸਭ ਪਤਾ ਹੈਗਾ। ਅਸੀਂ ਹੁਣ ਦੇਖਦੇ ਹਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਹਿਊਮਨ ਰਾਈਟਸ ਦੇ ਪੱਖ ਤੋਂ ਆਪਾਂ ਗੱਲ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਜਦੋਂ ਅਸੀਂ ਹਿਊਮਨ ਰਾਈਟਸ ਦੇ ਪਰਸਪੈਕਟਿਵ ਤੋਂ ਵਾਚਣਾ ਹੈਗਾ ਤੇ 3 ਪ੍ਰਮੁੱਖ ਅਸੀਂ ਪੜਾਵਾਂ 'ਚ ਵੇਖ ਸਕਦੇ ਹਾਂ। ਪਹਿਲਾ ਪੜਾਅ ਹੈਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋ ਪਹਿਲਾਂ ਵਾਲੇ ਗੁਰੂ ਸਾਹਿਬ ਨੇ ਉਹਨਾਂ ਦੀ ਵਿਚਾਰਧਾਰਾ ਕੀ ਹੈਗੀ ਹੈ। ਦੂਸਰਾ ਪੜਾਅ ਹੈਗਾ ਅਸੀਂ ਦੇਖ ਸਕਦੇ ਹਾਂ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮਕਾਲ ਹੈਗਾ ਉਸ ਸਮੇਂ ਕਿਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਤੇ ਤੀਸਰਾ ਹੈਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਬਾਣੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨੂੰ ਕਿਸ ਰੂਪ 'ਚ ਪ੍ਰਗਟ ਕਰਦੇ ਹੈਗੇ। ਇਹ 3 ਚੀਜ਼ਾਂ ਮੈਂ ਲੈ ਕੇ ਚੱਲਣ ਦੀ ਕੋਸ਼ਿਸ਼ ਕਰੂੰਗਾ। ਪਹਿਲਾਂ ਅਸੀਂ ਦੇਖਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਪੂਰਵਵਰਤੀ ਗੁਰੂ ਨੇ ਉਹ ਕਿਹੋ ਜਿਹੀ ਜੀਵਨ ਜਾਂਚ ਸਾਡੇ ਸਾਹਮਣੇ ਉਹ ਪੇਸ਼ ਕਰਦੇ ਪਏ ਨੇ। ਅਸਲ ਦੇ ਵਿੱਚ ਸਿੱਖ ਧਰਮ ਤੋਂ ਪਹਿਲਾਂ 3 ਧਰਮ ਇਸ ਧਰਤੀ ਦੇ ਉੱਪਰ ਪੈਦਾ ਹੋ ਚੁੱਕੇ ਨੇ, ਹਿੰਦੂ ਧਰਮ, ਜੈਨ ਧਰਮ ਤੇ ਬੁੱਧ ਧਰਮ। ਤੇ ਇਹਨਾਂ 3 ਧਰਮਾਂ ਦੀ ਇੱਕ ਜੋ ਸਭ ਤੋਂ ਪ੍ਰਮੁੱਖ ਵਿਸ਼ੇਸ਼ਤਾ ਸੀਗੀ ਉਹ ਇਹ ਸੀਗੀ ਕਿ ਇਸ ਦੁਨੀਆ ਨੂੰ ਮਾਇਆ ਮੰਨਦੇ ਸੀਗੇ ਕਿ ਦੁਨੀਆ ਮਾਇਆ ਹੈਗੀ ਹੈ। ਜੇਕਰ ਤੁਸੀਂ ਮਾਇਆ ਦੇ ਵਿੱਚ ਉਲਝੇ ਰਹੋਗੇ ਤਾਂ ਤੁਸੀਂ ਆਪਣੇ ਜੀਵਨ ਦੇ ਪਰਮ ਉਦੇਸ਼ ਦੀ ਪ੍ਰਾਪਤੀ ਨਹੀਂ ਕਰ ਸਕਦੇ, ਜੋ ਹੈ ਕਿ ਗਿਆਨ ਦੀ ਪ੍ਰਾਪਤੀ, ਧਰਮ ਦੀ ਪ੍ਰਾਪਤੀ ਜਾਂ ਪਰਮਾਤਮਾ ਦੀ ਪ੍ਰਾਪਤੀ। ਜਿੰਨਾ ਚਿਰ ਤੁਸੀਂ ਦੁਨਿਆਵੀ ਕੰਮ ਧੰਦਿਆਂ ਤੋਂ ਮੁਕਤ ਨਹੀਂ ਹੁੰਦੇ, ਤੁਸੀਂ ਪਰਿਵਾਰਿਕ ਸਿਸਟਮ ਤੋਂ ਮੁਕਤ ਨਹੀਂ ਹੁੰਦੇ, ਉਹਨਾਂ ਚਿਰ ਤੁਸੀਂ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈਗੀ ਉਹ ਨਹੀਂ ਕਰ ਸਕਦੇ। ਪਰ ਜਦੋਂ ਗੁਰੂ ਸਾਹਿਬ ਇਸ ਧਰਤੀ ਉੱਪਰ ਆਉਂਦੇ ਨੇ ਤੇ ਆਪਣੀ ਵਿਚਾਰਧਾਰਾ ਦਾ ਜੋ ਸਭ ਤੋਂ ਪ੍ਰਮੁੱਖ ਨੁਕਤਾ ਰੱਖਦੇ ਆ ਕਿ ਬੰਦੇ ਨੂੰ ਗ੍ਰਸਥੀ ਹੋਣਾ ਜ਼ਰੂਰੀ ਹੈ, ਬੰਦੇ ਨੂੰ ਕਿਰਤੀ ਹੋਣਾ ਜ਼ਰੂਰੀ ਹੈ। ਜਿੰਨਾ ਚਿਰ ਗਿਆਨਵਾਨ ਮਨੁੱਖ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੇ ਭਲੇ ਦੇ ਕੰਮ ਨਹੀਂ ਕਰਨਗੇ, ਉਹਨਾਂ ਚਿਰ ਸਮਾਜ ਦੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ, ਸਿਸਟਮ ਦੇ ਵਿੱਚ ਸੁਧਾਰ ਨਹੀਂ ਹੋ ਸਕਦਾ। ਜਦੋਂ ਸਿੱਧਾਂ ਨੂੰ ਮਿਲਣ ਵਾਸਤੇ ਸੁਮੇਰ ਪਰਬਤ ਤੇ ਜਾਂਦੇ ਆ, ਉਦੋਂ ਕਹਿੰਦੇ ਆ ਕਿ ਸਿੱਧ ਚੜ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਜੇਕਰ ਸਿੱਧਾਂ ਵਰਗੇ ਗਿਆਨਵਾਨ ਮਨੁੱਖ ਹੀ ਪਰਬਤਾਂ 'ਤੇ ਚੜ ਕੇ ਬਹਿ ਗਏ ਤੇ ਇਸ ਧਰਤੀ ਦਾ ਜਿਹੜਾ ਹੈਗਾ ਉਹ ਪਾਰ ਉਤਾਰਾ ਕਿਹਨੇ ਕਰਨਾ ਹੈਗਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਦਾ ਵਿਸ਼ਵਾਸ ਕਿ ਇਹ ਜਗਤ ਮਾਇਆ ਨਹੀਂ ਹੈਗੀ। ਜੇਕਰ ਅਸੀਂ ਮਾਇਆ ਮੰਨ ਕੇ ਇਸ ਜਗਤ ਤੋਂ ਦੂਰ ਭੱਜਾਂਗੇ ਤੇ ਇਸ ਜਗਤ ਦੀ ਰਿਸਪੌਂਸਿਬਿਲਿਟੀ ਨੂੰ ਕੌਣ ਨਿਭਾਊਗਾ। ਇਸ ਕਰਕੇ ਧਰਮੀ ਬੰਦੇ ਦਾ, ਗਿਆਨੀ ਬੰਦੇ ਦਾ ਸਭ ਤੋਂ ਪਹਿਲਾਂ ਫਰਜ਼ ਹੈਗਾ ਇਸ ਦੁਨੀਆ ਦੇ ਵਿੱਚ ਰਹਿ ਕੇ ਇਸ ਦੁਨੀਆ ਦੀ ਬਿਹਤਰੀ ਲਈ ਕੰਮ ਕਰਨਾ। ਤੇ ਇਹ ਗੁਰੂ ਸਾਹਿਬ ਦੇ ਜੋ ਐਕਸਪੀਰੀਅੰਸ ਸੀਗਾ, ਉਹਨਾਂ ਨੂੰ ਸਾਨੂੰ ਦੱਸਿਆ ਕਿ ਜਿਹੜਾ ਸਿੱਖ ਹੈਗਾ ਉਹ ਦੁਨੀਆ ਦੇ ਵਿੱਚ ਰਹੂਗਾ, ਗ੍ਰਸਥ ਦੇ ਵਿੱਚ ਰਹੂਗਾ ਤੇ ਦੁਨੀਆ ਦੀ ਭਲਾਈ ਦੇ ਲਈ ਉਹ ਲਗਾਤਾਰ ਜਿਹੜਾ ਹੈਗਾ ਉਹ ਕਾਰਜ ਕਰਦਾ ਰਹੂਗਾ। ਅੱਗੇ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਨੇ ਜੋ ਸੰਸਥਾਵਾਂ ਡਿਵੈਲਪ ਕੀਤੀਆਂ ਆਪਣੇ ਸਮੇਂ ਦੇ ਵਿੱਚ, ਕਿਉਂਕਿ ਜੋ ਗੁਰੂ ਸਾਹਿਬ ਦਾ ਅਨੁਭਵ ਹੈ ਸੰਸਥਾਵਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਗੁਰੂ ਸਾਹਿਬ ਕਿਹੜੀ ਚੀਜ਼ ਨੂੰ ਇੰਪਲੀਮੈਂਟ ਕਰਨਾ ਚਾਹ ਰਹੇ, ਸੰਸਥਾਵਾਂ। ਗੁਰੂ ਸਾਹਿਬ ਸੰਗਤ, ਪੰਗਤ, ਲੰਗਰ, ਗੁਰਦੁਆਰਾ ਸਾਹਿਬ ਇਹ ਸੰਸਥਾਵਾਂ ਬਿਲਡ ਕਰ ਰਹੇ ਨੇ। ਇਹਨਾਂ ਸੰਸਥਾਵਾਂ ਦਾ ਮੁੱਖ ਪ੍ਰਯੋਜਨ ਕੀ ਹੈਗਾ ਕਿ ਸਿੱਖ ਨੇ ਸਮਾਜ ਦੇ ਵਿੱਚ ਰਹਿੰਦੇ ਹੋਏ ਸਮਾਜਿਕ ਬਰਾਬਰੀ ਤੇ ਸਮਾਜਿਕ ਨਿਆਂ ਲਈ ਕੰਮ ਕਰਨਾ ਹੈ। ਜਿੰਨਾ ਚਿਰ ਸੋਸ਼ਲ ਇਕੁਐਲਿਟੀ ਤੇ ਸੋਸ਼ਲ ਜਸਟਿਸ ਸਮਾਜ ਦੇ ਵਿੱਚ ਨਹੀਂ ਹੋਊਗਾ, ਉਹਨਾਂ ਚਿਰ ਗੁਰੂ ਸਾਹਿਬ ਦਾ ਜਿਹੜਾ ਮਿਸ਼ਨ ਜਿਹੜਾ ਹੈਗਾ ਉਹ ਕੰਪਲੀਟ ਨਹੀਂ ਹੋ ਸਕਦਾ। ਇਸ ਕਰਕੇ ਜਿਹੜਾ ਪਹਿਲਾ ਨੁਕਤਾ ਹੈਗਾ ਕਿ ਗੁਰੂ ਸਾਹਿਬ ਦਾ ਕਿ ਇਸ ਜਗਤ ਦੇ ਵਿੱਚ ਰਹਿ ਕੇ ਜਗਤ ਦਾ ਸੁਧਾਰ ਕਰਨਾ ਹੈ ਤੇ ਉਹੀ ਵਿਅਕਤੀ ਅਸਲ ਦੇ ਵਿੱਚ ਧਰਮੀ ਹੈ ਜੋ ਇਸ ਜਗਤ ਦੇ ਵਿੱਚ ਰਹਿ ਕੇ ਆਪਣੀ ਸੋਸ਼ਲ ਰਿਸਪੌਂਸਿਬਿਲਿਟੀਜ਼ ਨੂੰ ਫੁੱਲਫਿਲ ਕਰ ਰਿਹਾ ਹੈ, ਪਲੱਸ ਜੋ ਸਮਾਜ ਦੀ ਭਲਾਈ ਦੇ ਲਈ ਕਾਰਜ ਕਰ ਰਿਹਾ ਹੈਗਾ। ਦੂਸਰਾ ਮੇਰਾ ਨੁਕਤਾ ਸੀਗਾ ਕਿ ਜੋ ਗੁਰੂ ਸਾਹਿਬ ਜੀ ਦਾ ਸਮਕਾਲੀ ਸਮਾਂ ਸੀਗਾ ਉਹ ਕਿਹੋ ਜਿਹਾ ਸੀਗਾ। ਅਸੀਂ ਦੇਖਦੇ ਹਾਂ ਕਿ ਗੁਰੂ ਅਕਬਰ ਬਾਦਸ਼ਾਹ ਤੱਕ ਗੁਰੂ ਸਾਹਿਬਾਨ ਦੇ ਸੰਬੰਧ ਮੁਗਲ ਦਰਬਾਰ ਦੇ ਨਾਲ ਠੀਕ ਰਹੇ, ਕੋਈ ਜ਼ਿਆਦਾ ਉੱਥੇ ਕਲੈਸ਼ ਨਹੀਂ ਹੈਗਾ। ਪਰ ਜਦੋਂ ਅਕਬਰ ਬਾਦਸ਼ਾਹ ਤੋਂ ਬਾਅਦ ਜਹਾਂਗੀਰ ਰਾਜਗੱਦੀ ਤੇ ਆਉਂਦਾ ਹੈਗਾ ਤੇ ਜਹਾਂਗੀਰ ਦੀ ਪਾਲਿਸੀ ਨੂੰ ਪ੍ਰਭਾਵਿਤ ਕਰ ਰਹੇ ਨੇ ਸ਼ੇਖ ਅਹਿਮਦ ਸਰਹੰਦੀ,
ਜਿਨ੍ਹਾਂ ਨੂੰ ਇਸਲਾਮ ਧਰਮ ਦੇ ਵਿੱਚ ਮੁਜਾਦਿਦ ਦੀ ਉਪਾਧੀ ਹਾਸਲ ਹੈਗੀ। ਮੁਜਾਦਿਦ ਕੌਣ ਹੁੰਦੇ ਨੇ ਕਿ ਮੁਜਾਦਿਦ ਦੀ ਇੱਕ ਬਹੁਤ ਉੱਚਾ ਰੁਤਬਾ ਜਿਹੜਾ ਹੈਗਾ ਇਸਲਾਮ ਧਰਮ ਦੇ ਵਿੱਚ ਮੰਨਿਆ ਜਾਂਦਾ ਹੈਗਾ। ਉਹ ਕਹਿੰਦੇ ਆ ਕਿ ਸੈਂਕੜੇ ਸਾਲਾਂ ਤੋਂ ਬਾਅਦ ਕੋਈ ਇੱਕ ਵਿਅਕਤੀ ਅਜਿਹਾ ਪੈਦਾ ਹੁੰਦਾ ਜੋ ਇਸਲਾਮ ਨੂੰ ਦੁਬਾਰੇ ਪੈਰਾਂ ਤੇ ਖੜਾ ਕਰਦਾ ਹੈਗਾ। ਹੁਣ ਸ਼ੇਖ ਅਹਿਮਦ ਸਰਹੰਦੀ ਆਪਣੇ ਸਮੇਂ ਦੇ ਇੱਕ ਬਹੁਤ ਪ੍ਰਭਾਵਸ਼ਾਲੀ ਸ਼ਖਸੀਅਤ ਸਨ ਤੇ ਉਹ ਜਹਾਂਗੀਰ ਦੀ ਪਾਲਿਸੀ ਮੇਕਿੰਗ ਨੂੰ ਪ੍ਰਭਾਵਿਤ ਕਰਦੇ ਸਨ। ਤੇ ਸ਼ੇਖ ਅਹਿਮਦ ਸਰਹੰਦੀ ਦਾ ਸੁਪਨਾ ਸੀਗਾ ਕਿ ਮੈਂ ਹਿੰਦੁਸਤਾਨ ਨੂੰ ਇਸਲਾਮਿਕ ਰਾਜ ਦੇ ਵਿੱਚ ਤਬਦੀਲ ਕਰਨਾ ਹੈਗਾ। ਇੱਕੋ ਏਜੰਡਾ ਸੀਗਾ ਉਹਨਾਂ ਦਾ ਤੇ ਇਸੇ ਏਜੰਡੇ ਨੂੰ ਮੁੱਖ ਰੱਖ ਕੇ ਉਹ ਜਹਾਂਗੀਰ ਨੂੰ ਜਿਹੜਾ ਹੈਗਾ ਉਹ ਪ੍ਰਭਾਵਿਤ ਕਰ ਰਹੇ ਸੀਗੇ। ਡਾਕਟਰ ਗੰਡਾ ਸਿੰਘ, ਸਰਦਾਰ ਕਪੂਰ ਸਿੰਘ ਇੱਥੋਂ ਤੱਕ ਲਿਖਦੇ ਨੇ ਕਿ ਸਿੱਖ ਧਰਮ ਦੇ ਵਿੱਚ ਜਿੰਨੀਆਂ ਵੀ ਸ਼ਹੀਦੀਆਂ ਹੋਈਆਂ ਗੁਰੂ ਅਰਜਨ ਦੇਵ ਸਾਹਿਬ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਤੱਕ ਤੇ ਛੋਟੇ ਸਾਹਿਬਜ਼ਾਦਿਆਂ ਤੋਂ ਬਾਅਦ ਇਹਨਾਂ ਸਾਰੀ ਸ਼ਹੀਦੀਆਂ ਦੇ ਪਿੱਛੇ ਜੋ ਸਭ ਤੋਂ ਪ੍ਰਮੁੱਖ ਵਿਚਾਰਧਾਰਾ ਰਹੀ ਹੈ ਉਹ ਰਹੀ ਹੈ ਸ਼ੇਖ ਅਹਿਮਦ ਸਰਹੰਦੀ ਦੀ ਵਿਚਾਰਧਾਰਾ। ਇਸ ਵਿਚਾਰਧਾਰਾ ਦਾ ਮੁਰੀਦ ਜਹਾਂਗੀਰ ਵੀ ਸੀਗਾ, ਇਹਦਾ ਮੁਰੀਦ ਔਰੰਗਜ਼ੇਬ ਵੀ ਸੀਗਾ, ਇਹਦਾ ਮੁਰੀਦ ਅਹਿਮਦ ਸ਼ਾਹ ਅਬਦਾਲੀ ਤੱਕ ਰਹੇ ਨੇ। ਇਹਦੀ ਵਿਚਾਰਧਾਰਾ ਐਡੀ ਪਾਵਰਫੁਲ ਸੀਗੀ ਤੇ ਇਸ ਵਿਚਾਰਧਾਰਾ ਕਰਕੇ ਜਿਹੜੀ ਹੈਗੀ ਹੈ ਕਿ ਉਹ ਚਾਹੁੰਦਾ ਸੀਗਾ ਕਿ ਸਾਰੇ ਰਾਸ਼ਟਰ ਨੂੰ ਇਸਲਾਮਿਕ ਧਰਮ ਦੇ ਵਿੱਚ ਤਬਦੀਲ ਕੀਤਾ ਜਾਵੇ ਤੇ ਇਹਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਜਿਹੜਾ ਸੀਗਾ ਉਹ ਸੀਗਾ ਗੁਰੂ ਨਾਨਕ ਜੀ ਦਾ ਘਰ। ਕਿਉਂ ਸੀਗਾ? ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਘਰ ਇਸ ਧਰਤੀ ਦੇ ਉੱਪਰ ਵੱਖੋ ਵੱਖ ਧਰਮਾਂ, ਨਸਲਾਂ, ਜਾਤਾਂ ਦੇ ਲੋਕਾਂ ਨੂੰ ਸਾਂਝੇ ਰੂਪ ਦੇ ਵਿੱਚ ਪ੍ਰਵਾਨ ਕਰ ਰਿਹਾ ਸੀਗਾ। ਡਾਕਟਰ ਗੁਰਬਖਸ਼ ਸਿੰਘ ਯੂਨੀਵਰਸਿਟੀ ਦੇ ਪ੍ਰੋਫੈਸਰ ਸੀਗੇ, ਪੰਜਾਬੀ ਯੂਨੀਵਰਸਿਟੀ ਦੇ। ਉਹ ਕਹਿੰਦੇ ਸੀ ਕਿ ਵਾਹਿਗੁਰੂ ਦਾ ਮਤਲਬ ਕੀ ਹੈਗਾ? ਉਹ ਕਹਿੰਦੇ ਵਾਹਿਗੁਰੂ ਦਾ ਮਤਲਬ ਹੈ ਵਿਚਿੱਤਰਤਾ ਦਾ ਗੁਰੂ। ਵਿਚਿੱਤਰਤਾ ਤੋਂ ਭਾਵ ਹੈ ਕਿ ਵਨਸਵੰਤਾ ਦਾ ਗੁਰੂ, ਕਿ ਜੋ ਸਾਰੀ ਵਨਸਵੰਤਾ ਨੂੰ ਪ੍ਰਵਾਨ ਕਰ ਰਿਹਾ। ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਦਾ ਪਤਾ ਗੁਰੂ ਸਾਹਿਬ ਜਪਜੀ ਸਾਹਿਬ 'ਚ ਵਿਆਖਿਆ ਕਰ ਰਹੇ ਨੇ ਕਿ ਇਸ ਧਰਤੀ ਦੇ ਵਿੱਚ ਅਸੰਖ ਚੀਜ਼ਾਂ ਮੌਜੂਦ ਨੇ ਤੇ ਉਹਨਾਂ ਦਾ ਕਰਤਾ ਕੌਣ ਹੈ? ਉਹ ਅਕਾਲ ਪੁਰਖ ਹੈਗਾ। ਤੇ ਅਕਾਲ ਪੁਰਖ ਕਦੇ ਵੀ ਆਪਣੀ ਰਚਨਾ ਨੂੰ ਨਫ਼ਰਤ ਨਹੀਂ ਕਰਦਾ, ਉਹ ਆਪਣੀ ਰਚਨਾ ਨੂੰ ਪਿਆਰ ਕਰਦਾ ਹੈਗਾ। ਜਿਹੜਾ ਅਕਾਲ ਪੁਰਖ ਆਪਣੀ ਰਚਨਾ ਨੂੰ ਪਿਆਰ ਕਰਦਾ ਹੈਗਾ ਉਹਦਾ ਭਾਵ ਕੀ ਹੈ? ਸਾਡੀ ਪ੍ਰਾਇਮਰੀ ਰਿਸਪੌਂਸਿਬਿਲਟੀ ਹੈ ਕਿ ਉਸ ਰਚਨਾ ਸਤਿਕਾਰ ਕਰਨਾ। ਜੇਕਰ ਇੱਥੇ ਹਿੰਦੂ ਹੈਗੇ, ਮੁਸਲਮਾਨ ਹੈਗੇ, ਸਿੱਖ ਹੈਗੇ, ਬੋਧੀ ਹੈਗੇ, ਜੈਨ ਹੈਗੇ ਹੈ ਤੇ ਉਹਨਾਂ ਦਾ ਉਸੇ ਰੂਪ 'ਚ ਸਤਿਕਾਰ ਕਰਨਾ ਜਿਸ ਰੂਪ 'ਚ ਆਪਣੀ ਜ਼ਿੰਦਗੀ ਉਹ ਜਿਉ ਰਹੀ ਹੈਗੀ ਹੈ। ਗੁਰੂ ਸਾਹਿਬ ਨੇ ਕਦੇ ਵੀ ਕਿਸੇ ਮਨੁੱਖ ਨੂੰ ਫੋਰਸੇਬਲੀ ਸਿੱਖ ਧਰਮ 'ਚ ਲੈ ਕੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਭਾਈ ਮਰਦਾਨਾ ਜੀ ਮਰਦੇ ਦਮ ਤੱਕ ਮੁਸਲਮਾਨ ਰਹੇ ਨੇ, ਉਹ ਨਮਾਜ਼ ਪੜ੍ਹਦੇ ਰਹੇ ਨੇ, ਆਪਣੇ ਉਹ ਜਿਹੜੇ ਇਸਲਾਮਿਕ ਧਰਮ ਦੇ ਜੋ ਵੀ ਉਹਨਾਂ ਦੇ ਫਰਜ਼ ਸੀਗੇ ਉਹ ਨਿਭਾਉਂਦੇ ਰਹੇ ਨੇ। ਭਾਈ ਨੰਦ ਲਾਲ ਜੀ ਮਰਦੇ ਦਮ ਤੱਕ ਹਿੰਦੂ ਰਹੇ ਨੇ। ਯਾਨੀ ਕਿ ਬਹੁਤ ਸਾਰੀਆਂ ਸਿੱਖ ਪਰਸਨੈਲਿਟੀਜ਼ ਨੇ ਜੋ ਆਪਣੇ ਧਰਮ ਦੇ ਵਿੱਚ ਪੱਕੇ ਹੁੰਦੇ ਹੋਇਆ ਵੀ ਗੁਰੂ ਘਰ ਦੇ ਜਿਹੜੇ ਹੈਗੇ ਉਹ ਮੁਰੀਦ ਰਹੇ ਨੇ। ਕਿਉਂਕਿ ਗੁਰੂ ਘਰ ਦੀ ਖਾਸੀਅਤ ਕੀ ਹੈਗੀ ਹੈ ਕਿ ਸਭ ਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਦੇ ਸਮਰੱਥ ਹੈਗੀ। ਇਸ ਕਰਕੇ ਜੋ ਗੁਰੂ ਸਾਹਿਬ ਦੀ ਵਿਚਾਰਧਾਰਾ ਸੀਗੀ ਉਹ ਇਸਲਾਮਿਕ ਸੱਤਾ, ਇਸਲਾਮਿਕ ਦੇਸ਼ ਦੇ ਜੋ ਸੁਪਨਾ ਸੀਗਾ ਉਹਦੇ ਸਾਹਮਣੇ ਇੱਕ ਸਭ ਤੋਂ ਵੱਡਾ ਚੈਲੰਜ ਜਿਹੜਾ ਸੀਗਾ ਉਹ ਖੜਾ ਕਰ ਰਹੀ ਸੀਗੀ। ਤੇ ਉਹਨੂੰ ਦੂਰ ਕਰਨ ਦੇ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮੁਗਲ ਹਕੂਮਤ ਦੀ ਇੱਕ ਮਜਬੂਰੀ ਵੀ ਸੀਗੀ ਕਿ ਜਿੰਨਾ ਚਿਰ ਗੁਰੂ ਤੇਗ ਬਹਾਦਰ ਸਾਹਿਬ ਜਾਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਇਸ ਧਰਤੀ ਉੱਪਰ ਰਹੂਗੀ ਉਹਨਾਂ ਚਿਰ ਸਾਡਾ ਇਸ ਦੇਸ਼ ਨੂੰ ਏਕੀਕਰਨ ਕਰਨ ਦਾ ਜਿਹੜਾ ਸੁਪਨਾ ਹੈਗਾ ਉਹ ਸ਼ਾਇਦ ਸਾਕਾਰ ਨਹੀਂ ਹੋ ਸਕੂਗਾ। ਤੇ ਤੀਸਰਾ ਜਿਹੜਾ ਮੇਰਾ ਸਭ ਤੋਂ ਪ੍ਰਮੁੱਖ ਨੁਕਤਾ ਹੈਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਆਪਣੀ ਬਾਣੀ ਦੇ ਵਿੱਚ ਕਿਵੇਂ ਬਿਆਨ ਕਰਦੇ ਆ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਹੁੰਦੇ ਆ ਕਿ ਅਸੀਂ ਲਿਖਦੇ ਹਾਂ ਕਿ ਹਿੰਦ ਕੀ ਚਾਦਰ ਗੁਰੂ ਤੇਗ ਬਹਾਦਰ। ਇਹ ਬਹੁਤ ਯਾਨੀ ਕਿ ਪ੍ਰਚਲਿਤ ਹੋਇਆ ਹੈ ਸਾਡੀ ਜ਼ੁਬਾਨ ਦੇ ਵਿੱਚ, ਪਰ ਜੋ ਅਸਲ ਦੇ ਵਿੱਚ ਹੈਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਦੇ ਨੇ ਬਚਿੱਤਰ ਨਾਟਕ ਦੇ ਵਿੱਚ, ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜਾ ਕਲੂ ਮੈਂ ਸਾਖਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ। ਧਰਮ ਹੇਤ ਸਾਕਾ ਕੀਤਾ ਸੀਗਾ, ਨਾ ਕਿ ਕਿਸੇ ਇੱਕ ਖਾਸ ਦੇਸ਼ ਨੂੰ ਉਹ ਕਰਨ ਦੇ ਲਈ। ਉਹਨਾਂ ਦਾ ਜੋ ਮੇਨ ਪਰਪਸ ਸੀਗਾ ਕਿ ਜੋ ਧਰਮ ਦੀ ਰੱਖਿਆ ਕੀਤੀ ਜਾਵੇ। ਉਹ ਅੱਗੇ ਮੈਂ ਰੱਖਿਆ ਕਰੂੰਗਾ ਧਰਮ ਹੈ ਕਿ ਕਵੀ ਸੈਨਾਪਤ ਜਿਹਦੀ ਕੋਟ ਹੈਗੀ ਹੈ, ਪ੍ਰਗਟ ਭਈ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਹਿੰਦ ਕੀ ਚਾਦਰ ਨਹੀਂ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਕਰਮ ਧਰਮ ਕੀ ਜਿਨ ਪੱਤ ਰਾਖੀ, ਪੱਤ ਕੀ ਦੀ ਰੱਖੀ? ਕਰਮ ਦੀ ਪੱਤ ਰੱਖੀ ਤੇ ਧਰਮ ਦੀ ਪੱਤ ਰੱਖੀ। ਅਟਲ ਕਰੀ ਕਲਯੁਗ ਮੈਂ ਸਾਖੀ ਸਗਲ ਸ੍ਰਿਸ਼ਟ ਜਾ ਕਾ ਜਸ ਭਇਓ ਜੀਤੇ ਸਰਬ ਧਰਮ ਬੰਚਿਓ। ਸਭ ਧਰਮਾਂ ਦੀ ਰੱਖਿਆ ਕਰਨ ਵਾਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ, ਇਕੱਲੇ ਆਏ ਨੇ ਕਿ ਹਿੰਦੂ ਧਰਮ ਦੀ ਰੱਖਿਆ ਕੀਤੀ, ਸਭ ਧਰਮਾਂ ਦੀ ਰੱਖਿਆ ਕਰਨ ਵਾਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ। ਕਿਵੇਂ ਰੱਖਿਆ ਕਰਨ ਵਾਲੇ ਹੈਗੇ ਆ? ਕਿਉਂਕਿ ਜੋ ਧਰਮ ਦੀ ਅਸਲ ਖੂਬਸੂਰਤੀ ਹੁੰਦੀ ਹੈ ਨਾ ਉਹ ਧਰਮ ਦੇ ਗੁਣਾਂ ਦੇ ਵਿੱਚ ਹੁੰਦੀ ਹੈਗੀ ਹੈ। ਉਹ ਪਹਿਰਾਵੇ ਦੇ ਵਿੱਚ ਸ਼ਾਇਦ ਨਾ ਹੋਵੇ, ਉਹ ਉਹਦੇ ਧਾਰਮਿਕ ਜੀਵਨ ਦੇ ਵਿੱਚ ਹੁੰਦੀ ਹੈ। ਤੇ ਅਸਲ ਧਰਮ ਹੈ ਕਿ ਸਰਬ ਧਰਮ ਮਹਿ ਸ੍ਰੇਸ਼ਟ ਧਰਮ
ਹਰ ਕੋ ਨਾਮ ਜਪ ਨਿਰਮਲ ਕਰਮ, ਪਰਮਾਤਮਾ ਦਾ ਸਿਮਰਨ ਕਰਨਾ ਤੇ ਚੰਗੇ ਕਰਮ ਕਰਨੇ, ਈਮਾਨਦਾਰੀ ਰੱਖਣੀ, ਦਇਆ ਭਾਵਨਾ ਰੱਖਣੀ, ਨਿਰਭਉ ਹੋਣਾ, ਨਿਰਵੈਰ ਹੋਣਾ, ਦੂਜੇ ਦੇ ਅਧਿਕਾਰਾਂ ਦਾ ਸਨਮਾਨ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ। ਇਹ ਸਾਡੀ ਧਰਮ ਦੀ ਪਰਿਭਾਸ਼ਾ ਹੈਗੀ ਹੈ ਕਿ ਅਸੀਂ ਦੂਜੇ ਨੂੰ ਉਸੇ ਰੂਪ 'ਚ ਪ੍ਰਵਾਨ ਕਰੀਏ ਜਿਸ ਰੂਪ 'ਚ ਅਗਲਾ ਮਨੁੱਖ ਆਪਣੇ ਆਪ ਨੂੰ ਪ੍ਰਵਾਨ ਕਰਵਾਉਣਾ ਚਾਹ ਰਿਹਾ ਹੈਗਾ। ਇਸ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਹੈਗੀ ਹੈ ਉਹ ਦੂਜੇ ਨੂੰ ਬਚਾਉਣ ਦੀ, ਦੂਜੇ ਦੇ ਧਾਰਮਿਕ ਪਰੰਪਰਾ ਦੀ ਰਿਸਪੈਕਟ ਕਰਨ ਦੀ, ਉਹਨੂੰ ਅਸੈਪਟ ਕਰਨ ਦੀ, ਜੇ ਲੋੜ ਪਵੇ ਤੇ ਉਹਨੂੰ ਪ੍ਰੋਟੈਕਟ ਕਰਨ ਦੀ ਵੀ ਸਾਡੀ ਜਿਹੜੀ ਹੈਗੀ ਵਿਚਾਰਧਾਰਾ ਹੈਗੀ। ਇਸ ਤਰੀਕੇ ਨਾਲ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਹੈਗੇ ਹੈ ਉਹ ਕਹਿੰਦੇ ਆ ਕਿ ਜਿੰਨਾ ਚਿਰ ਮਨੁੱਖ ਤੋਂ ਤੁਸੀਂ ਉਹਦਾ ਧਰਮ ਕਿਵੇਂ ਖੋ ਸਕਦੇ ਹੋ, ਕਿਉਂਕਿ ਮਨੁੱਖ ਨੂੰ ਧਰਮ ਉਹਦਾ ਬਚਪਨ ਤੋਂ ਪ੍ਰਾਪਤ ਹੁੰਦਾ ਹੈਗਾ। ਜੋ ਚੀਜ਼ ਤੁਹਾਨੂੰ ਬਚਪਨ ਦੇ ਵਿੱਚ ਪ੍ਰਾਪਤ ਹੋਈ ਹੋਵੇ ਉਹ ਤੁਹਾਡੇ ਜੀਵਨ ਦੇ ਵਿੱਚੋਂ ਕਦੇ ਦੂਰ ਨਹੀਂ ਹੋ ਸਕਦੀ। ਇਸ ਕਰਕੇ ਜੋ ਧਰਮ ਹੈਗਾ ਉਹਦੀ ਰਾਖੀ ਕਰਨੀ ਉਹ ਸਭ ਤੋਂ ਬੁਨਿਆਦੀ ਜਿਹੜਾ ਹੈਗਾ ਮਨੁੱਖੀ ਅਧਿਕਾਰ ਹੈਗਾ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹਨਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਆਪਣੀ ਜਿਹੜੀ ਹੈਗੀ ਸ਼ਹਾਦਤ ਦਿੱਤੀ। ਇੱਥੇ ਅਸੀਂ ਇੱਕ ਗੱਲ ਹੋਰ ਦੇਖਾਂਗੇ ਕਿ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੀ ਯਾਤਰਾਵਾਂ ਕੀਤੀਆਂ ਪੂਰਬ ਵੱਲ ਦੀਆਂ, ਬਹੁਤ ਲੰਬੀਆਂ ਯਾਤਰਾਵਾਂ ਗੁਰੂ ਨਾਨਕ ਮਹਾਰਾਜ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤੀਆਂ ਸੀਗੀਆਂ, ਤੇ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸੰਬੰਧ ਸੀਗੇ ਉਹ ਬਹੁਤ ਸਾਰੇ ਸ਼ਾਹੀ ਪਰਿਵਾਰਾਂ ਨਾਲ ਵੀ ਸੀਗੇ। ਬਹਾਦਰਗੜ੍ਹ ਦੇ ਰਹਿਣ ਵਾਲੇ ਸੈਫੂਦੀਨ ਆਦਿ ਸ਼ਾਹੀ ਪਰਿਵਾਰ, ਜੈਪੁਰ ਦੇ ਰਾਜਪੂਤ ਸ਼ਹਿਜ਼ਾਦੇ ਰਾਜਾ ਰਾਮ ਸਿੰਘ, ਆਸਾਮ ਅਤੇ ਬੰਗਾਲ ਦੇ ਰਾਜਕੁਮਾਰ ਵੀ ਇਹਨਾਂ ਦੇ ਮੁਰੀਦ ਸਨ। ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਯਾਤਰਾਵਾਂ ਤੇ ਜਾਂਦੇ ਸਨ ਤੇ ਉਹਨਾਂ ਯਾਤਰਾਵਾਂ ਦੌਰਾਨ ਆਮ ਤੌਰ ਤੇ ਉਹਨਾਂ ਦੇ ਜਿਹੜੇ ਪੜਾਅ ਹੁੰਦੇ ਸੀ ਉਹ ਗਰੀਬ ਘਰਾਂ ਦੇ ਵਿੱਚ ਹੁੰਦੇ ਸੀਗੇ। ਉਹ ਗਰੀਬ ਘਰਾਂ ਦੇ ਵਿੱਚ ਰਹਿ ਕੇ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਤੇ ਉਹਨਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ। ਪੂਰਬੀ ਭਾਰਤ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਸਾਰੇ ਖੂਹ, ਤਲਾਬ, ਬਾਗ, ਇੱਥੋਂ ਤੱਕ ਕਿ ਬਹੁਤ ਸਾਰੇ ਪਰਿਵਾਰਾਂ ਦੀ ਉਹਨਾਂ ਨੇ ਪਸ਼ੂ ਦੇ ਕੇ ਮਦਦ ਕੀਤੀ ਕਿ ਤੁਸੀਂ ਪਸ਼ੂਆਂ ਦੇ ਨਾਲ ਤੁਸੀਂ ਆਪਣਾ ਘਰ-ਬਾਰ ਜਿਹੜਾ ਹੈਗਾ ਸੌਖੇ ਤਰੀਕੇ ਨਾਲ ਚਲਾ ਸਕੋਗੇ। ਇਸ ਤਰੀਕੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਨਾਮ ਬਾਣੀ ਦਾ ਉਪਦੇਸ਼ ਦਿੰਦੇ ਹੋਏ ਉਹਨਾਂ ਨੂੰ ਉਹਨਾਂ ਦੀ ਜੋ ਸੋਸ਼ਲ ਸਟੇਟਸ ਸੀਗਾ ਉਹਨੂੰ ਵੀ ਉੱਚਾ ਚੱਕਣ ਦੀ ਜਿਹੜੀ ਹੈਗੀ ਹੈ ਕੋਸ਼ਿਸ਼ ਕੀਤੀ। ਇਸ ਤਰੀਕੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਅਸਲ ਦੇ ਵਿੱਚ ਉਹ ਨੀਵਿਆਂ ਦੇ ਗੁਰੂ, ਨੀਵਿਆਂ ਨੂੰ ਉੱਚਾ ਚੱਕਣ ਦਾ ਜਿਹੜਾ ਹੈ ਉਹਨਾਂ ਨੇ ਉਹ ਕਾਰਜ ਕੀਤਾ। ਇੱਥੇ ਹੀ ਮੈਂ ਜਿਹੜਾ ਹੈਗੀ ਆਪਣੀ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।